परम सन्मानियो गुरु रूप गुरु खालसा साध संगत जी, वाहिगुरु जी का खालसा वाहिगुरु जी की फतेह। ਮਹਾਰਿਸ਼ੀ ਵਾਲਮੀਕ ਜੀ ਦਾ ਜਨਮ ਅੱਸੂ ਪੂਰਨਮਾਸ਼ੀ ਨੂੰ ਤ੍ਰੇਤੇ ਯੁੱਗ ਵਿੱਚ ਇੱਕ ਚੰਗੇ ਪਰਿਵਾਰ ਵਿੱਚ ਹੋਇਆ। ਮਹਾਰਿਸ਼ੀ ਵਾਲਮੀਕ ਜੀ ਆਪਣੇ ਆਰੰਭਕ ਜੀਵਨ ਵਿੱਚ ਬੜੇ ਹੀ ਭਜਨੀਕ ਸਨ, ਪਰ ਇੱਕ ਰਾਜ ਘਰਾਣੇ ਵਿੱਚ ਪੈਦਾ ਹੋਣ ਕਰਕੇ ਮਹਾਰਿਸ਼ੀ ਵਾਲਮੀਕ ਜੀ ਸ਼ਸਤਰ ਵਿੱਦਿਆ ਵਿੱਚ ਵੀ ਬਹੁਤ ਨਿਪੁੰਨ ਸਨ। ਮਹਾਰਿਸ਼ੀ ਵਾਲਮੀਕ ਜੀ ਦੇ ਨਾਂ ਬਾਰੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਆਪ ਜੀ ਜੰਗਲ ਵਿੱਚ ਜਾ ਕੇ ਕਈ ਸਾਲ ਤਪ ਕਰਦੇ ਰਹੇ। ਇਸ ਤਰ੍ਹਾਂ ਤਪ ਕਰਦਿਆਂ ਕਈ ਸਾਲ ਬੀਤ ਗਏ ਅਤੇ ਆਪ ਦੇ ਸਰੀਰ ਉੱਤੇ ਮਿੱਟੀ ਦੀਮਕ ਦੇ ਘਰਾਂ ਵਾਂਗ ਉਸਰ ਗਈ। ਸੰਸਕ੍ਰਿਤ ਭਾਸ਼ਾ ਵਿੱਚ ਦੀਮਕ ਦੇ ਘਰਾਂ ਨੂੰ ਵਾਲਮੀਕੀ ਆਖਿਆ ਜਾਂਦਾ ਹੈ। ਜਦੋਂ ਤਪੱਸਿਆ ਕਰਕੇ ਮਿੱਟੀ ਦੇ ਢੇਰ ਵਿੱਚੋਂ ਉੱਠੇ ਤਾਂ ਸਾਰੇ ਆਪ ਨੂੰ ਵਾਲਮੀਕੀ ਆਖਣ ਲੱਗ ਪਏ। ਵਾਲਮੀਕੀ ਜੀ ਦਾ ਬਚਪਨ ਦਾ ਨਾਮ ਕੁਝ ਹੋਰ ਸੀ, ਜਿਸ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਹੈ। ਭਾਰਤ ਵਿੱਚ ਸੰਸਕ੍ਰਿਤ ਦੇ ਵਾਲਮੀਕੀ ਜੀ ਪਹਿਲੇ ਚੋਟੀ ਦੇ ਵਿਦਵਾਨ ਹੋਏ ਹਨ। ਆਪ ਜੀ ਨੂੰ ਬ੍ਰਹਮਾ ਦਾ ਪਹਿਲਾ ਅਵਤਾਰ ਵੀ ਮੰਨਿਆ ਜਾਂਦਾ ਹੈ। ਪ੍ਰਭੂ ਦੀ ਭਗਤੀ ਕਰਨ ਕਰਕੇ ਮਹਾਰਿਸ਼ੀ ਵਾਲਮੀਕ ਜੀ ਨੂੰ ਦੇਵ ਦ੍ਰਿਸ਼ਟੀ ਪ੍ਰਾਪਤ ਹੋਈ ਸੀ ਅਤੇ ਆਪ ਵਰਤਮਾਨ, ਭੂਤ ਅਤੇ ਭਵਿੱਖ ਕਾਲ ਬਾਰੇ ਸਭ ਕੁਝ ਜਾਣਦੇ ਸਨ। ਸ਼੍ਰੀ ਰਾਮਚੰਦਰ ਜੀ ਦੇ ਜੀਵਨ ਬਾਰੇ ਆਪ ਜੀ ਨੂੰ ਪਹਿਲਾਂ ਹੀ ਗਿਆਨ ਹੋ ਗਿਆ ਸੀ। ਇਸ ਲਈ ਆਪ ਜੀ ਨੇ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਬਾਰੇ ਪਹਿਲਾਂ ਰਾਮਾਇਣ ਦੇ ਨਾਂ ਦਾ ਇੱਕ ਬਹੁਤ ਵੱਡਾ ਗ੍ਰੰਥ ਸੰਸਕ੍ਰਿਤ ਵਿੱਚ ਲਿਖ ਦਿੱਤਾ ਸੀ। ਬਾਅਦ ਵਿੱਚ ਜਿਹੜੀਆਂ ਰਾਮਾਇਣਾਂ ਲਿਖੀਆਂ ਗਈਆਂ ਹਨ, ਉਹ ਸਭ ਇਸੇ ਰਾਮਾਇਣ ਨੂੰ ਆਧਾਰ ਮੰਨ ਕੇ ਲਿਖੀਆਂ ਗਈਆਂ ਹਨ। ਜਦ ਵਾਲਮੀਕ ਜੀ ਨੂੰ ਰਾਮਾਇਣ ਦੀ ਪੂਰੀ ਕਹਾਣੀ ਦਾ ਗਿਆਨ ਹੋ ਗਿਆ ਤਾਂ ਆਪ ਜੀ ਨੇ ਇੱਕ ਦਿਨ ਆਪਣੇ ਚੇਲੇ ਨੂੰ ਬੁਲਾਇਆ ਅਤੇ ਤਸਮਾ ਨਦੀ ਦੇ ਕੰਢੇ 'ਤੇ ਪਹੁੰਚੇ। ਇੱਕ ਸੁੰਦਰ ਨਦੀ 'ਤੇ ਉਹ ਪਹਿਲੀ ਵਾਰ ਆਏ ਸਨ। ਉਹ ਨਦੀ ਦੇ ਕੰਢੇ ਚਲਦੇ ਚਲਦੇ ਬਹੁਤ ਦੂਰ ਨਿਕਲ ਗਏ। ਅੰਤ ਉਹ ਨਦੀ ਦੇ ਇੱਕ ਕੰਢੇ 'ਤੇ ਜਾ ਕੇ ਰੁਕ ਗਏ। ਨਦੀ ਦਾ ਉਹ ਕਿਨਾਰਾ ਬੜਾ ਸੁੰਦਰ ਅਤੇ ਹਰਿਆਵਲ ਵਾਲਾ ਸੀ। ਨਦੀ ਦਾ ਸੁੰਦਰ ਕਿਨਾਰਾ ਅਤੇ ਨਿਰਮਲ ਜਲ ਵੇਖ ਕੇ ਵਾਲਮੀਕ ਜੀ ਬਹੁਤ ਪ੍ਰਸੰਨ ਹੋਏ। ਨਿਰਮਲ ਜਲ ਨੂੰ ਵੇਖ ਕੇ ਉਹ ਨਦੀ ਵਿੱਚ ਇਸ਼ਨਾਨ ਕਰਨ ਗਏ। ਇਸ਼ਨਾਨ ਕਰਦੇ ਕਰਦੇ ਉਹ ਉਸ ਜੰਗਲ ਵੱਲ ਜਾ ਨਿਕਲੇ ਜਿੱਥੇ ਇੱਕ ਦਰਖਤ 'ਤੇ ਬੈਠੇ ਚਕਵਾ ਚਕਵੀ ਪ੍ਰੇਮ ਕਲੋਲ ਕਰ ਰਹੇ ਸਨ। ਚਕਵਾ ਚਕਵੀ ਪ੍ਰੇਮ ਕਲੋਲ ਕਰਦੇ ਬੜੇ ਪ੍ਰਸੰਨ ਦਿਖਾਈ ਦੇ ਰਹੇ ਸਨ। ਵਾਲਮੀਕ ਜੀ ਉਹਨਾਂ ਵੱਲ ਹਾਲੇ ਵੇਖ ਹੀ ਰਹੇ ਸਨ ਕਿ ਇੱਕ ਫੰਦਕ ਉੱਧਰ ਆ ਨਿਕਲਿਆ। ਉਸਨੇ ਚਕਵੇ ਨੂੰ ਮਾਰ ਦਿੱਤਾ। ਆਪਣੇ ਪਿਆਰੇ ਪਤੀ ਨੂੰ ਤੜਫਦਾ ਵੇਖ ਚਕਵੀ ਬਹੁਤ ਦੁਖੀ ਹੋਈ ਅਤੇ ਉਹ ਵਿਰਲਾਪ ਕਰਨ ਲੱਗੀ। ਫੰਦਕ ਦਾ ਇਹ ਮਾੜਾ ਕੰਮ ਵੇਖ ਕੇ ਰਿਸ਼ੀ ਵਾਲਮੀਕ ਕ੍ਰੋਧਵਾਨ ਹੋ ਗਏ। ਉਹਨਾਂ ਨੇ ਇੱਕ ਸ਼ਲੋਕ ਸੰਸਕ੍ਰਿਤ ਵਿੱਚ ਉਚਾਰਨ ਕੀਤਾ, ਜਿਸ ਦਾ ਭਾਵ ਸੀ, ਹੇ ਫੰਦਕ, ਤੂੰ ਜੋ ਪਿਆਰ ਲੀਲਾ ਕਰ ਰਹੇ ਚਕਵੇ ਦੇ ਪ੍ਰਾਣ ਲਏ ਹਨ, ਇਸ ਵਾਸਤੇ ਤੂੰ ਛੇਤੀ ਹੀ ਮਰ ਜਾਏਗਾ ਅਤੇ ਤੇਰੀ ਇਸਤਰੀ ਵੀ ਇਸੇ ਤਰ੍ਹਾਂ ਦੁਖੀ ਹੋਵੇਗੀ। ਵਾਲਮੀਕ ਜੀ ਦੇ ਮੁਖਾਰਬਿੰਦ ਤੋਂ ਇਹ ਵਚਨ ਸੁਤੇ ਸਿੱਧ ਹੀ ਨਿਕਲ ਗਏ। ਫਿਰ ਉਹ ਸੋਚਣ ਲੱਗੇ ਕਿ ਮੈਂ ਪੰਛੀਆਂ ਦਾ ਦੁੱਖ ਵੇਖ ਕੇ ਇਹ ਸਾਰਾ ਸਰਾਪ ਰੂਪ ਬਚਨ ਕਿਉਂ ਕਰ ਬੈਠਾ। ਪਰ ਜਦ ਆਪਣੇ ਕਹੇ ਹੋਏ ਉੱਤਮ ਅਤੇ ਅਲੰਕਾਰਕ ਸ਼ਲੋਕ ਵੱਲ ਵੇਖਿਆ ਤਾਂ ਬੜੇ ਪ੍ਰਸੰਨ ਹੋਏ। ਉਹ ਉਸ ਸ਼ਲੋਕ ਨੂੰ ਮੁੜ ਮੁੜ ਗਾਉਣ ਲੱਗੇ। ਫਿਰ ਉਹਨਾਂ ਨੇ ਆਪਣੇ ਚੇਲੇ ਭਾਰਤਵਾਜ ਨੂੰ ਬਚਨ ਕੀਤਾ ਕਿ ਉਹ ਇਸ ਸ਼ਲੋਕ ਨੂੰ ਕੰਠ ਕਰ ਲੈਣ ਤਾਂ ਕਿ ਭੁੱਲ ਨਾ ਜਾਵੇ। ਸ਼ਿਸ਼ਿਆ ਨੇ ਉਸੇ ਵੇਲੇ ਸ਼ਲੋਕ ਕੰਠ ਕਰ ਲਿਆ। ਇਸ ਤਰ੍ਹਾਂ ਮਾਸੂਮ ਪੰਛੀ ਦੀ ਮੌਤ ਨੇ ਰਿਸ਼ੀ ਜੀ ਦੇ ਮਨ ਉੱਤੇ ਬਹੁਤ ਵੈਰਾਗਮਈ ਅਸਰ ਕੀਤਾ। ਪੰਛੀ ਦੇ ਤੜਫਣ, ਮਰਨ ਅਤੇ ਮਰਨ ਤੋਂ ਪਹਿਲਾਂ ਪ੍ਰੇਮ ਲੀਲਾ ਦੀ ਝਾਂਕੀ ਰਿਸ਼ੀ ਜੀ ਦੀਆਂ ਅੱਖਾਂ ਅੱਗੋਂ ਓਹਲੇ ਨਹੀਂ ਸੀ ਹੁੰਦੀ। ਉਸੇ ਵਿਚਾਰ ਵਿੱਚ ਗੁਆਚੇ ਹੋਏ ਆਪਣੇ ਆਸ਼ਰਮ ਵਿੱਚ ਜਾ ਪੁੱਜੇ, ਪਰ ਉੱਥੇ ਆ ਕੇ ਵੀ ਆਪ ਉਸ ਸ਼ਲੋਕ ਨੂੰ ਮੂੰਹ ਵਿੱਚ ਗੁਣਗੁਣਾਉਣ ਲੱਗੇ। ਆਪ ਜੀ ਨੂੰ ਦੇਵ ਦ੍ਰਿਸ਼ਟੀ ਰਾਹੀਂ ਜੋ ਸ਼੍ਰੀ ਰਾਮਚੰਦਰ ਜੀ ਦਾ ਜੀਵਨ ਚਰਿੱਤਰ ਪ੍ਰਗਟ ਹੋਇਆ ਸੀ, ਆਪ ਜੀ ਨੇ ਮਨ ਬਣਾਇਆ ਕਿ ਕਿਉਂ ਨਾ ਉਸ ਸ਼ਲੋਕ ਦੀ ਧਾਰਨਾ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਜੀਵਨ ਚਰਿੱਤਰ ਲਿਖ ਦਿੱਤਾ ਜਾਵੇ। ਇਹ ਵਿਚਾਰ ਬਣਾ ਕੇ
ਰਿਸ਼ੀ ਜੀ ਸੁੰਦਰ ਸ਼ਲੋਕਾਂ ਵਾਲੀ ਰਾਮਾਇਣ ਲਿਖਣ ਲੱਗੇ। ਉੱਚੇ ਖਿਆਲਾਂ ਵਾਲੇ ਸ਼ਬਦ, ਪਿੰਗਲ ਤੇ ਵਿਆਕਰਨ ਤੇ ਨਿਯਮ ਉਪਨਿਯਮ ਆਪਣੇ ਆਪ ਉਹਨਾਂ ਕੋਲ ਇਕੱਠੇ ਹੋਣ ਲੱਗੇ। ਫਿਰ ਰਿਸ਼ੀ ਵਾਲਮੀਕ ਜੀ ਜਦੋਂ ਅੰਤਰ ਧਿਆਨ ਹੋਏ ਤਾਂ ਸ਼੍ਰੀ ਰਾਮਚੰਦਰ ਜੀ, ਲਛਮਣ ਜੀ, ਸੀਤਾ ਜੀ, ਦਸ਼ਰਥ, ਕਕਈ ਅਤੇ ਮਾਤਾ ਕੁਸ਼ਲਿਆ ਆਦਿ ਮੁੱਖ ਪਾਤਰਾਂ ਬਾਰੇ ਸਾਰੇ ਛੋਟੇ ਤੋਂ ਛੋਟੇ ਹਾਲ ਦਾ ਵੀ ਗਿਆਨ ਹੋ ਗਿਆ। ਇੱਥੋਂ ਤੱਕ ਕਿ ਸ਼੍ਰੀ ਰਾਮਚੰਦਰ ਜੀ ਦਾ ਹੱਸਣਾ, ਬੋਲਣਾ, ਮੁਸਕਰਾਉਣਾ ਤੇ ਖੇਡਣਾ ਵੀ ਕੰਨਾਂ ਵਿੱਚ ਸੁਣਾਈ ਦੇਣ ਲੱਗਾ। ਅੱਖਾਂ ਸਹੀ ਸੁਰਤ ਨੂੰ ਵੇਖਣ ਲੱਗੀਆਂ। ਸੀਤਾ ਅਤੇ ਸ਼੍ਰੀ ਰਾਮਚੰਦਰ ਜੀ ਦੇ ਜੋ ਸੰਵਾਦ ਵਨ ਵਿੱਚ ਹੁੰਦੇ ਰਹੇ, ਰਿਸ਼ੀ ਜੀ ਨੂੰ ਉਹਨਾਂ ਦਾ ਵੀ ਗਿਆਨ ਹੋ ਗਿਆ। ਜੋ ਵੀ ਘਟਨਾਵਾਂ ਵਾਪਰੀਆਂ ਸਨ ਉਹ ਚੇਤੇ ਆ ਗਈਆਂ। ਫਿਰ ਰਿਸ਼ੀ ਜੀ ਨੇ ਆਪਣੇ ਚੇਲਿਆਂ ਪਾਸੋਂ ਬੇਅੰਤ ਭੋਜ ਪੱਤਰ ਮੰਗਵਾਏ ਅਤੇ ਉਹਨਾਂ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ, ਜੋ ਬਹੁਤ ਮਨੋਹਰ ਹੈ ਅਤੇ ਜਿਸ ਸਾਰੀ ਰਚਨਾ ਨੂੰ 7 ਕਾਂਡਾਂ, 745 ਸਰਗਾਂ ਤੇ 24,000 ਸ਼ਲੋਕਾਂ ਵਿੱਚ ਵੰਡਿਆ ਗਿਆ। ਜਦ ਰਿਸ਼ੀ ਵਾਲਮੀਕੀ ਰਾਮਾਇਣ ਦਾ ਮੁੱਖ ਭਾਗ ਲਿਖ ਚੁੱਕੇ ਸਨ ਤਾਂ ਸੀਤਾ ਮਾਤਾ ਸ਼੍ਰੀ ਰਾਮਚੰਦਰ ਜੀ ਵੱਲੋਂ ਬਨਵਾਸ ਦਿੱਤੇ ਜਾਣ ਕਾਰਨ ਉਹਨਾਂ ਦੇ ਆਸ਼ਰਮ ਵਿੱਚ ਆਈ। ਆਪ ਜੀ ਨੇ ਆਪਣੇ ਸੇਵਕਾਂ ਨੂੰ ਸੀਤਾ ਮਾਤਾ ਨੂੰ ਪੂਰੇ ਸਤਿਕਾਰ ਅਤੇ ਆਦਰ ਨਾਲ ਰੱਖਣ ਲਈ ਕਿਹਾ। ਕੁਝ ਸਮੇਂ ਬਾਅਦ ਸੀਤਾ ਮਾਤਾ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਉਹਨਾਂ ਪੁੱਤਰਾਂ ਦੇ ਨਾਂ ਸਨ ਲਵ ਤੇ ਕੁਸ਼। ਰਿਸ਼ੀ ਜੀ ਨੇ ਉਹਨਾਂ ਬੱਚਿਆਂ ਦੇ ਪਾਲਣ ਪੋਸ਼ਣ ਵੱਲ ਵਿਸ਼ੇਸ਼ ਧਿਆਨ ਦਿੱਤਾ। ਛੋਟੀ ਉਮਰ ਵਿੱਚ ਉਹਨਾਂ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਰਿਸ਼ੀ ਜੀ ਆਪ ਖੁਦ ਉਹਨਾਂ ਨੂੰ ਪੜ੍ਹਾਉਂਦੇ ਸਨ। ਬੱਚਿਆਂ ਨੂੰ ਸੰਸਕ੍ਰਿਤ ਦੀ ਪੜ੍ਹਾਈ ਦੇ ਨਾਲ ਨਾਲ ਸੰਗੀਤ ਅਤੇ ਸ਼ਸਤਰ ਵਿੱਦਿਆ ਵੀ ਪੜ੍ਹਾਈ ਜਾਂਦੀ ਸੀ। ਰਿਸ਼ੀ ਜੀ ਉਹਨਾਂ ਬਾਲਕਾਂ ਨੂੰ ਰਾਮਾਇਣ ਵੀ ਪੜ੍ਹਾਉਣ ਲੱਗੇ। ਉਹ ਦੋਵੇਂ ਬਾਲਕ ਛੇਤੀ ਹੀ ਸੰਸਕ੍ਰਿਤ ਦੇ ਵਿਦਵਾਨ, ਸੰਗੀਤ ਦੇ ਸਮਰਾਟ ਬਣ ਗਏ। ਉਹ ਸ਼ਸਤਰ ਵਿੱਦਿਆ ਵਿੱਚ ਹੀ ਨਿਪੁੰਨ ਹੋ ਗਏ। ਰਿਸ਼ੀ ਜੀ ਨੇ ਸੋਚਿਆ ਕਿ ਇਹਨਾਂ ਬਾਲਕਾਂ ਰਾਹੀਂ ਰਾਮ ਕਥਾ ਨੂੰ ਜਗਤ ਵਿੱਚ ਪ੍ਰਚਾਰਿਆ ਜਾਵੇ। ਉਹਨਾਂ ਬਾਲਕਾਂ ਨੂੰ ਰਾਮ ਕਥਾ ਜ਼ੁਬਾਨੀ ਯਾਦ ਕਰਨ ਵਾਸਤੇ ਕਿਹਾ ਗਿਆ। ਬਾਲਕਾਂ ਨੇ ਕੁਝ ਸਮੇਂ ਵਿੱਚ ਹੀ 24,000 ਸ਼ਲੋਕ ਜ਼ੁਬਾਨੀ ਕੰਠ ਕਰ ਲਏ। ਉਹ ਆਪਣੇ ਮਿੱਠੇ ਗਲੇ ਅਤੇ ਸੁਰੀਲੀ ਸੁਰ ਵਿੱਚ ਗਾਉਣ ਲੱਗੇ। ਉਹਨਾਂ ਨੇ 2 ਸੱਤਾਂ ਸੁਰਾਂ ਵਾਲੀਆਂ ਵੀਣਾਂ ਲਈਆਂ ਅਤੇ ਰਾਮ ਕਥਾ ਦਾ ਗਾਇਨ ਕਰਨ ਲੱਗੇ। ਜਦ ਉਹ ਗਾਉਣ ਵਿੱਚ ਪੁਖਤਾ ਹੋ ਗਏ ਤਾਂ ਵਾਲਮੀਕ ਜੀ ਨੇ ਉਹਨਾਂ ਨੂੰ ਆਗਿਆ ਦਿੱਤੀ ਕਿ ਉਹ ਦੂਰ ਦਰਾਡੇ ਜਾ ਕੇ ਉਸ ਉੱਚ ਅਤੇ ਕਲਿਆਣਕਾਰੀ ਕਾਵਿ ਦਾ ਪ੍ਰਚਾਰ ਕਰਨ। ਦੋਵੇਂ ਰਾਜਕੁਮਾਰ ਜੋ ਸ਼੍ਰੀ ਰਾਮਚੰਦਰ ਜੀ ਦੇ ਸਮਾਨ ਸੁੰਦਰ, ਵਿਦਵਾਨ ਅਤੇ ਬਲੀ ਸਨ, ਰਿਸ਼ੀਆਂ, ਸਾਧੂਆਂ ਤੇ ਲੋਕ ਇਕੱਠਾਂ ਵਿੱਚ ਜਾ ਕੇ ਰਾਮ ਕਥਾ ਦਾ ਗਾਇਨ ਕਰਿਆ ਕਰਦੇ ਸਨ। ਉਹਨਾਂ ਦੇ ਸੁਰੀਲੇ ਗਾਇਨ ਨੇ ਕਾਵਿ ਨੂੰ ਹੋਰ ਉੱਚਾ ਕਰ ਦਿੱਤਾ। ਜਦੋਂ ਉਹ ਗਾਉਂਦੇ ਤਾਂ ਸਰੋਤੇ ਬਹੁਤ ਪ੍ਰਸੰਨ ਤੇ ਵੈਰਾਗਮਈ ਹੋ ਜਾਂਦੇ। ਸਭ ਦੇ ਨੇਤਰਾਂ ਵਿੱਚੋਂ ਸ਼ਰਧਾ, ਹਮਦਰਦੀ ਤੇ ਭਗਤੀ ਦੇ ਹੰਝੂ ਕਿਰਨ ਲੱਗ ਪੈਂਦੇ। ਹਰ ਨਰ ਨਾਰੀ ਉਹਨਾਂ ਦੀ ਉਪਮਾ ਕਰਕੇ ਬਾਲਕਾਂ ਦੇ ਪਿੱਛੇ ਪਿੱਛੇ ਤੁਰ ਪੈਂਦੇ। ਉਹ ਬਾਲਕ ਕੇਵਲ ਕਾਵਿ ਨੂੰ ਹੀ ਨਹੀਂ ਗਾ ਰਹੇ ਸਨ, ਬਲਕਿ ਇੱਕ ਨਵਾਂ ਸੰਦੇਸ਼ ਦੇ ਰਹੇ ਸਨ। ਭੂਤਕਾਲ ਦੀਆਂ ਘਟਨਾਵਾਂ ਵਰਤਮਾਨ ਕਾਲ ਦੀਆਂ ਘਟਨਾਵਾਂ ਪ੍ਰਤੀਤ ਹੁੰਦੀਆਂ ਸਨ। ਲਵ ਅਤੇ ਕੁਸ਼ ਰਾਮ ਕਥਾ ਦਾ ਗਾਇਨ ਕਰਕੇ ਵਾਪਸ ਰਿਸ਼ੀ ਵਾਲਮੀਕ ਦੇ ਆਸ਼ਰਮ ਵਿੱਚ ਆ ਜਾਇਆ ਕਰਦੇ ਸਨ। ਉਹ ਆਪਣੀ ਮਾਤਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਉਹਨਾਂ ਦਿਨਾਂ ਵਿੱਚ ਹੀ ਸ਼੍ਰੀ ਰਾਮਚੰਦਰ ਜੀ ਨੇ ਚੱਕਰਵਰਤੀ ਰਾਜਾ ਬਣਨ ਲਈ ਅਸ਼ਵਮੇਧ ਯੱਗ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਜੱਗ ਲਈ ਇੱਕ ਘੋੜਾ ਛੱਡਿਆ ਅਤੇ ਐਲਾਨ ਕੀਤਾ ਕਿ ਜਿਹੜਾ ਇਸ ਘੋੜੇ ਨੂੰ ਫੜੇਗਾ ਉਸ ਨੂੰ ਲਛਮਣ ਨਾਲ ਜੰਗ ਕਰਨੀ ਪਵੇਗੀ। ਲਛਮਣ ਇੱਕ ਵੱਡੀ ਸੈਨਾ ਲੈ ਕੇ ਘੋੜੇ ਦੇ ਪਿੱਛੇ ਪਿੱਛੇ ਜਾ ਰਿਹਾ ਸੀ। ਜਦ ਇਹ ਘੋੜਾ ਰਿਸ਼ੀ ਵਾਲਮੀਕ ਦੇ ਆਸ਼ਰਮ ਦੇ ਨੇੜੇ ਪੁੱਜਿਆ ਤਾਂ ਲਵ ਕੁਸ਼ ਨੇ ਉਸ ਘੋੜੇ ਨੂੰ ਫੜ ਲਿਆ ਅਤੇ ਆਪਣੇ ਆਸ਼ਰਮ ਲਿਆ ਕੇ ਇੱਕ ਦਰਖਤ ਨਾਲ ਬੰਨ੍ਹ ਲਿਆ। ਜਦ ਲਛਮਣ ਫੌਜ ਲੈ ਕੇ ਨੇੜੇ ਆਇਆ ਤਾਂ ਉਸਨੇ ਬਾਲਕਾਂ ਨੂੰ ਘੋੜੇ ਨੂੰ ਛੱਡਣ ਲਈ ਕਿਹਾ, ਪਰ ਬਾਲਕਾਂ ਨੇ ਨਾ ਕਰ ਦਿੱਤੀ ਅਤੇ ਕਿਹਾ, ਸਾਨੂੰ ਇਹ ਘੋੜਾ ਬਹੁਤ ਚੰਗਾ ਲੱਗਾ ਹੈ, ਅਸੀਂ ਇਸ ਦੀ ਸਵਾਰੀ ਕਰਿਆ ਕਰਾਂਗੇ, ਤੁਸੀਂ ਕੋਈ ਹੋਰ ਘੋੜਾ ਛੱਡ ਦਿਓ। ਪਰ ਲਛਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਅਸ਼ਵਮੇਧ ਯੱਗ ਦਾ ਘੋੜਾ ਹੈ। ਜਿਹੜਾ ਵੀ ਇਸ ਘੋੜੇ ਨੂੰ ਫੜੇਗਾ ਉਸ ਨੂੰ ਸਾਡੇ ਨਾਲ ਲੜਨਾ ਪਵੇਗਾ। ਪਰ ਬਾਲਕ ਅੱਗੋਂ ਕਹਿਣ ਲੱਗੇ, ਅਸੀਂ ਜੰਗ ਕਰਨ ਨੂੰ ਤਿਆਰ ਹਾਂ, ਪਰ ਅਸੀਂ ਘੋੜਾ ਨਹੀਂ ਛੱਡਾਂਗੇ। ਲਛਮਣ ਨੇ ਉਹਨਾਂ ਨੂੰ ਲੜਾਈ ਲਈ ਤਿਆਰ ਹੋਣ ਵਾਸਤੇ ਕਿਹਾ।
ਉਹ ਬਾਲਕ ਵੀ ਰਿਸ਼ੀ ਵਾਲਮੀਕੀ ਜੀ ਪਾਸੋਂ ਯੁੱਧ ਵਿਦਿਆ ਸਿੱਖ ਚੁੱਕੇ ਸਨ ਅਤੇ ਜਿਹੜਾ ਯੋਧਾ ਬ੍ਰਹਮ ਗਿਆਨੀ ਵਾਲਮੀਕ ਪਾਸੋਂ ਯੁੱਧ ਵਿਦਿਆ ਸਿੱਖ ਚੁੱਕਾ ਹੋਵੇ ਉਹ ਭਲਾ ਕਿਵੇਂ ਹਾਰ ਸਕਦਾ ਹੈ। ਇਸ ਲਈ ਦੋਵੇਂ ਬਾਲਕ ਤੀਰ ਕਮਾਨ ਲੈ ਕੇ ਅਤੇ ਕਵਚ ਪਾ ਕੇ ਘੋੜਿਆਂ ਤੇ ਚੜ੍ਹ ਕੇ ਮੈਦਾਨ ਵਿੱਚ ਆ ਗਏ। ਲਛਮਣ ਦੀ ਫੌਜ ਸਾਹਮਣੇ ਡਟ ਕੇ ਉਹਨਾਂ ਨੇ ਕਿਹਾ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਕਰੋ ਵਾਰ ਸਾਡੇ ਤੇ। ਲਛਮਣ ਨੇ ਇੱਕ ਤੀਰ ਛੱਡਿਆ ਜਿਸ ਨੂੰ ਲਵ ਨੇ ਆਪਣੇ ਤੀਰ ਨਾਲ ਹੀ ਰੋਕ ਲਿਆ। ਫਿਰ ਲਵ ਕੁਸ਼ ਨੇ ਤੀਰਾਂ ਦੀ ਉਹ ਵਰਸ਼ਾ ਕੀਤੀ ਕਿ ਲਛਮਣ ਦੀ ਫੌਜ ਢਹਿ ਢੇਰੀ ਹੋ ਗਈ। ਲਛਮਣ ਇਹ ਚਮਤਕਾਰ ਵੇਖ ਕੇ ਬਹੁਤ ਹੈਰਾਨ ਹੋਇਆ। ਉਹ ਫਿਰ ਬਾਲਕਾਂ ਨੂੰ ਸਮਝਾਉਣ ਲੱਗਾ, ਪਰ ਬਾਲਕਾਂ ਨੇ ਲਛਮਣ ਨੂੰ ਵੀ ਢਹਿ ਢੇਰੀ ਕਰ ਦਿੱਤਾ। ਲਛਮਣ ਦੀ ਹਾਰ ਬਾਰੇ ਜਦ ਸ਼੍ਰੀ ਰਾਮਚੰਦਰ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸ਼ਤਰੂਘਨ ਨੂੰ ਇੱਕ ਵੱਡੀ ਫੌਜ ਦੇ ਕੇ ਭੇਜਿਆ, ਪਰ ਸ਼ਤਰੂਘਨ ਵੀ ਦੋਹਾਂ ਬਾਲਕਾਂ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਹਾਰ ਗਿਆ। ਉਸ ਨੂੰ ਵੀ ਰਿਸ਼ੀ ਵਾਲਮੀਕ ਦੇ ਸ਼ਿਸ਼ਿਆਂ ਨੇ ਧਰਤੀ ਉੱਤੇ ਲਟਾ ਦਿੱਤਾ। ਸ਼ਤਰੂਘਨ ਦੀ ਹਾਰ ਸੁਣ ਕੇ ਸ਼੍ਰੀ ਰਾਮਚੰਦਰ ਜੀ ਨੇ ਭਰਤ ਨੂੰ ਭੇਜਿਆ। ਭਰਤ ਨੇ ਪਹਿਲਾਂ ਆ ਕੇ ਬਹੁਤ ਸਮਝਾਇਆ, ਪਰ ਬਾਲਕਾਂ ਉੱਤੇ ਉਸ ਦਾ ਕੋਈ ਅਸਰ ਨਾ ਹੋਇਆ। ਉਹਨਾਂ ਨੇ ਭਰਤ ਦੀ ਵੀ ਸਾਰੀ ਫੌਜ ਮਾਰ ਮੁਕਾਈ ਅਤੇ ਭਰਤ ਵੀ ਗਸ਼ ਖਾ ਕੇ ਡਿੱਗ ਪਿਆ। ਫਿਰ ਸ਼੍ਰੀ ਰਾਮਚੰਦਰ ਜੀ ਆਪ ਫੌਜ ਲੈ ਕੇ ਆਏ। ਉਹ ਅਜਿਹੇ ਸੂਰਬੀਰ ਬਾਲਕਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਬਾਲਕਾਂ ਦੀ ਬੜੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਘੋੜਾ ਛੱਡਣ ਵਾਸਤੇ ਕਿਹਾ, ਪਰ ਬਾਲਕਾਂ ਨੇ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤੇ ਲੜਾਈ ਆਰੰਭ ਕਰ ਦਿੱਤੀ। ਕੁਝ ਹੀ ਸਮੇਂ ਵਿੱਚ ਸ਼੍ਰੀ ਰਾਮਚੰਦਰ ਜੀ ਦੀ ਸਾਰੀ ਫੌਜ ਮਾਰ ਮੁਕਾਈ। ਅੰਤ ਵਿੱਚ ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਨੂੰ ਵੀ ਘਾਇਲ ਕਰ ਦਿੱਤਾ। ਮੁਕੰਮਲ ਜਿੱਤ ਪ੍ਰਾਪਤ ਕਰਕੇ ਉਹ ਮਾਤਾ ਸੀਤਾ ਨੂੰ ਮਿਲਣ ਗਏ ਅਤੇ ਕਿਹਾ ਕਿ ਉਹਨਾਂ ਨੇ ਭਾਰਤ ਦੇ ਸਭ ਤੋਂ ਵੱਡੇ ਰਾਜੇ ਨੂੰ ਹਰਾ ਦਿੱਤਾ ਹੈ ਅਤੇ ਹੁਣ ਉਹ ਸਾਰੇ ਦੇਸ਼ ਦੇ ਮਾਲਕ ਬਣ ਗਏ ਹਨ। ਜਦ ਸੀਤਾ ਮਾਤਾ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਇਸ ਦੇਸ਼ ਦੇ ਰਾਜਾ ਤਾਂ ਸ਼੍ਰੀ ਰਾਮਚੰਦਰ ਜੀ ਹਨ। ਇਹਨਾਂ ਨੇ ਕਿਤੇ ਆਪਣੇ ਪਿਤਾ ਜੀ ਨੂੰ ਹੀ ਨਾ ਹਰਾ ਦਿੱਤਾ ਹੋਵੇ। ਉਹ ਉਸੇ ਵੇਲੇ ਉਸ ਰਾਜੇ ਨੂੰ ਵੇਖਣ ਗਏ। ਜਦ ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਨੂੰ ਬੇਹੋਸ਼ ਵੇਖਿਆ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਏ ਅਤੇ ਕਹਿਣ ਲੱਗੇ, ਤੁਸੀਂ ਮੇਰੇ ਸੁਹਾਗ ਨੂੰ ਮੈਥੋਂ ਖੋਹ ਲਿਆ ਹੈ। ਇਹ ਗੱਲ ਸੁਣ ਕੇ ਬਾਲਕ ਬਹੁਤ ਹੈਰਾਨ ਹੋਏ। ਫਿਰ ਸੀਤਾ ਮਾਤਾ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜੇ ਮੈਂ ਪਤੀਵਰਤਾ ਇਸਤਰੀ ਹਾਂ ਤਾਂ ਪ੍ਰਭੂ ਜੀ ਮੇਰੇ ਸੁਹਾਗ ਨੂੰ ਨਵਾਂ ਨਰੋਆ ਕਰ ਦਿਓ। ਰਿਸ਼ੀ ਵਾਲਮੀਕ ਜੀ ਨੂੰ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ। ਜਦ ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਦੇ ਮੂੰਹ ਤੇ ਪਵਿੱਤਰ ਜਲ ਦੇ ਛਿੱਟੇ ਮਾਰੇ ਤਾਂ ਉਹ ਉੱਠ ਕੇ ਬੈਠ ਗਏ। ਆਪਣੇ ਪਾਸ ਦੋ ਸੂਰਬੀਰ ਬਾਲਕਾਂ ਸੀਤਾ ਅਤੇ ਮਹਾਰਿਸ਼ੀ ਵਾਲਮੀਕ ਜੀ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਏ। ਰਿਸ਼ੀ ਜੀ ਨੇ ਫਿਰ ਉਹਨਾਂ ਨੂੰ ਸਾਰੀ ਗੱਲ ਸਮਝਾਈ। ਸ਼੍ਰੀ ਰਾਮਚੰਦਰ ਜੀ ਨੇ ਸੀਤਾ ਮਾਤਾ ਦਾ ਧੰਨਵਾਦ ਕੀਤਾ ਅਤੇ ਆਪਣੇ ਦੋ ਬਹਾਦਰ ਪੁੱਤਰਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਫਿਰ ਉਹਨਾਂ ਨੇ ਰਿਸ਼ੀ ਵਾਲਮੀਕ ਜੀ ਨੂੰ ਕਿਹਾ ਕਿ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਦੂਸਰੇ ਭਰਾਵਾਂ ਅਤੇ ਫੌਜ ਨੂੰ ਵੀ ਜੀਵਤ ਕਰ ਦੇਣ। ਸੀਤਾ ਮਾਤਾ ਨੇ ਫਿਰ ਅਰਦਾਸ ਕੀਤੀ ਤਾਂ ਸ਼੍ਰੀ ਰਾਮਚੰਦਰ ਜੀ ਦੇ ਸਾਰੇ ਭਰਾ ਅਤੇ ਸੈਨਿਕ ਜੀਵਤ ਹੋ ਕੇ ਉੱਠ ਖੜੇ ਹੋਏ। ਫਿਰ ਰਾਮਚੰਦਰ ਜੀ ਰਿਸ਼ੀ ਵਾਲਮੀਕ ਜੀ ਦੇ ਆਸ਼ਰਮ ਵਿੱਚ ਗਏ ਤੇ ਸੀਤਾ ਅਤੇ ਬਾਲਕਾਂ ਨੂੰ ਲਿਜਾਣ ਦੀ ਖੁਆਇਸ਼ ਪ੍ਰਗਟ ਕੀਤੀ। ਵਾਲਮੀਕ ਜੀ ਨੇ ਬੜੀ ਖੁਸ਼ੀ ਨਾਲ ਸੀਤਾ ਮਾਤਾ ਅਤੇ ਬਾਲਕਾਂ ਨੂੰ ਉਹਨਾਂ ਦੇ ਨਾਲ ਜਾਣ ਦੀ ਆਗਿਆ ਦੇ ਦਿੱਤੀ। ਦੋਵੇਂ ਬਾਲਕ ਅਤੇ ਸੀਤਾ ਮਾਤਾ ਅਯੋਧਿਆ ਪਹੁੰਚ ਗਏ। ਜਦ ਸਾਰੀ ਨਗਰੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਬਹੁਤ ਖੁਸ਼ੀਆਂ ਮਨਾਈਆਂ। ਬਹਾਦਰ ਬੱਚਿਆਂ ਨੂੰ ਵੇਖਣ ਵਾਸਤੇ ਸਾਰੀ ਨਗਰੀ ਉਮੜ ਆਈ। ਲਵ ਅਤੇ ਕੁਸ਼ ਜਿਨ੍ਹਾਂ ਨੂੰ ਸਾਰੀ ਰਾਮ ਕਥਾ ਜ਼ੁਬਾਨੀ ਯਾਦ ਸੀ, ਉਹਨਾਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਨਗਰ ਵਾਸੀਆਂ ਨੂੰ ਸੁਣਾਈ। ਸ਼੍ਰੀ ਰਾਮਚੰਦਰ ਜੀ ਆਪਣੀ ਸਾਰੀ ਹੱਡ ਬੀਤੀ ਨੂੰ ਸੁਣ ਕੇ ਧੰਨ ਹੋ ਗਏ। ਉਹਨਾਂ ਨੇ ਰਿਸ਼ੀ ਵਾਲਮੀਕ ਦੀ ਇਸ ਅਮਰ ਕਥਾ ਨੂੰ ਸੁਣ ਕੇ ਕਿਹਾ, ਜਦ ਤੱਕ ਇਹ ਦੁਨੀਆ ਰਹੇਗੀ ਸ਼੍ਰੀ ਵਾਲਮੀਕ ਮਹਾਰਾਜ ਦੀ ਇਹ ਕਥਾ ਚੱਲਦੀ ਰਹੇਗੀ। ਧੰਨ ਹਨ ਵਾਲਮੀਕ ਰਿਸ਼ੀ ਜੀ, ਉਹਨਾਂ ਦੀ ਸਦਾ ਹੀ ਜੈ ਹੋਵੇਗੀ। ਵਾਲਮੀਕ ਰਿਸ਼ੀ ਜੀ ਨੇ ਬਾਅਦ ਵਿੱਚ ਉੱਤਰਾਖੰਡ ਲਿਖਿਆ। ਇਸ ਤਰ੍ਹਾਂ ਵਾਲਮੀਕ ਜੀ ਇੱਕ ਉੱਚ ਕੋਟੀ ਦੇ ਵਿਦਵਾਨ ਅਤੇ ਸ਼ਸਤਰਧਾਰੀ ਸੂਰਬੀਰ ਸਨ। ਉਹਨਾਂ ਵਿੱਚ ਇੱਕ ਅਵਤਾਰ ਵਾਲੇ ਸਾਰੇ ਗੁਣ ਸਨ। ਅੱਜ ਦੁਨੀਆ ਜੇ ਸ਼੍ਰੀ ਰਾਮਚੰਦਰ ਜੀ ਦੀ ਕਹਾਣੀ ਨੂੰ ਜਾਣਦੀ ਹੈ ਤਾਂ ਉਹ ਕੇਵਲ ਰਿਸ਼ੀ ਵਾਲਮੀਕ ਜੀ ਕਰਕੇ। ਉਹਨਾਂ ਨੇ ਆਪਣੇ ਜੀਵਨ ਦੇ ਕਈ ਸਾਲ ਉਹਨਾਂ ਦੀ ਜੀਵਨੀ ਨੂੰ ਬਿਆਨ ਕਰਨ ਵਿੱਚ ਲਗਾ ਦਿੱਤੇ।
ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਲਮੀਕੀ ਜੀ ਦਾ ਜ਼ਿਕਰ ਕਈ ਜਗ੍ਹਾ ਤੇ ਆਇਆ ਹੈ। ਅੰਗ 1192 ਉੱਪਰ ਪੰਜਵੇਂ ਪਾਤਸ਼ਾਹ ਨੇ ਵਾਲਮੀਕੀ ਜੀ ਬਾਰੇ ਇੱਕ ਤੁਕ ਉਚਾਰੀ ਹੈ, ਵਾਲਮੀਕੈ ਹੋਆ ਸਾਧ ਸੰਗ। ਵਾਲਮੀਕ ਜੀ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋਈ, ਉਹਨਾਂ ਨੇ ਵੀ ਹਰ ਨਾਮ ਜਪਿਆ ਤੇ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।